ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ। ਮੈਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਹਿਸਟਰੀ ਦਾ ਲੈਕਚਰ, ਜਿਹਦੇ ਵਿੱਚ ਆਪਾਂ ਪੜ੍ਹਾਂਗੇ ਟੌਪ 500 ਕੁਐਸਚਨ ਆਫ ਹਿਸਟਰੀ। ਮੋਡਰਨ ਹਿਸਟਰੀ ਪਹਿਲਾਂ ਆਪਾਂ ਕਰ ਰਹੇ ਹਾਂ, ਉਸ ਤੋਂ ਬਾਅਦ ਆਪਾਂ ਮਿਡਵੇਲ ਕਰਾਂਗੇ, ਐਂਸ਼ੀਅੰਟ ਕਰਾਂਗੇ, ਵੇਟੇ ਦੇ ਹਿਸਾਬ ਨਾਲ ਆਪਾਂ ਕਰ ਰਹੇ ਹਾਂ। ਸੋ ਤੁਸੀਂ ਸਾਡੀ ਜਿਹੜੀ ਐਪ ਹੈਗੀ ਹੈ CBC ਐਗਜ਼ਾਮ ਗੁਰੂ ਐਪ ਹੈਗੀ ਹੈ, ਉਹਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਅਤੇ ਆਪਣੇ ਰਿਵਿਊਜ਼ ਦੇ ਸਕਦੇ ਹੋ। ਅਤੇ ਜੋ ਵੀ ਇਹਦੇ ਡਿਵਰਸ ਬੈਨੀਫਿਟਸ ਹੈਗੇ ਆ, ਜਿਵੇਂ ਕਿ ਤੁਸੀਂ ਇੱਥੇ ਪ੍ਰੀਵੀਅਸ ਈਅਰ ਪੇਪਰ ਵੇਖ ਸਕਦੇ ਹੋ, ਜੋਬ ਅਲਰਟਸ ਤੁਹਾਨੂੰ ਮਿਲ ਸਕਦੇ ਆ, ਬਾਕੀ ਜੋ ਵੀ ਹੋਰ ਵੀ ਨਵੀਂ ਜਿਹੜੀ ਵੀ ਅਪਡੇਟ ਹੁੰਦੀ ਹੈ ਤੁਹਾਨੂੰ ਮਿਲ ਜੂਗੀ ਇੱਥੇ। ਬਾਕੀ ਟੈਸਟ ਸੀਰੀਜ਼ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਨੈਬ ਤਹਿਸੀਲਦਾਰ ਨੂੰ ਲੈ ਕੇ, ਪਟਵਾਰੀ ਨੂੰ ਲੈ ਕੇ, ਜੋ ਕਿ ਤੁਹਾਡੇ ਐਗਜ਼ਾਮ ਦੀ ਪ੍ਰੈਪਰੇਸ਼ਨ ਨੂੰ ਹੋਰ ਕੰਸੋਲੀਡੇਟ ਕਰਨਗੇ, ਮਤਲਬ ਹੋਰ ਪੱਕਾ ਕਰਨਗੇ। ਸੋ ਟੈਸਟ ਸੀਰੀਜ਼ ਨੂੰ ਜੁਆਇਨ ਕਰੋ। ਜੋ ਵੀ ਵੱਖ ਅਸੀਂ ਲੋ ਕੋਸਟ ਅਸੀਂ ਕੋਰਸਿਸ ਪ੍ਰੋਵਾਈਡ ਕਰ ਰਹੇ ਹਾਂ, ਉਹਨਾਂ ਦੇ ਬੈਨੀਫਿਟ ਉਠਾਓ, ਠੀਕ ਹੈ ਜੀ। ਸੋ ਫੋਰ ਟਾਈਮ ਬੀਇੰਗ ਹੀ ਲੋ ਕੋਸਟ ਅਸੀਂ ਕੋਰਸਿਸ ਪ੍ਰੋਵਾਈਡ ਕਰ ਰਹੇ ਹਾਂ। ਬਾਅਦ ਦੇ ਵਿੱਚ ਇਹ ਸਾਰੇ ਕੋਰਸਿਸ ਹੀ ਮਤਲਬ ਜਿਹੜੇ ਐਕਚੁਅਲ ਰੇਟ ਤੁਹਾਨੂੰ ਲਾਏ ਜਾਣਗੇ। ਸੋ ਨਿਊ ਈਅਰ ਕਰਕੇ ਕੁਛ ਤੁਸੀਂ ਜਿਹੜੇ ਸਾਡੇ ਰੇਟਸ ਹੈਗੇ ਆ ਡਾਊਨ ਚੱਲ ਰਹੇ ਆ, ਸੋ ਤੁਸੀਂ ਇਹਨਾਂ ਡਾਊਨ ਰੇਟਸ ਦਾ ਫਾਇਦਾ ਉਠਾ ਸਕਦੇ ਹੋ ਅਤੇ ਸਾਡੀ ਜਿਹੜੀ ਐਪ ਹੈਗੀ ਡਾਊਨਲੋਡ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਆਪਣੇ ਜੋ ਵੀ ਰਿਵਿਊਜ਼ ਹੈਗੇ ਤੁਸੀਂ ਦੇ ਸਕਦੇ ਹੋ ARNTANEJ07 'ਤੇ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਕੱਲ੍ਹ ਆਪਾਂ ਤੁਹਾਨੂੰ ਅਡਰ ਲਿਸਟਾਂ ਕਰਵਾਈਆਂ ਸੀ, ਜਿਵੇਂ ਕਿ ਨਿਊਜ਼ਪੇਪਰ ਦੀ ਲਿਸਟਾਂ ਕਰਵਾਈਆਂ ਸੀ। ਉਸ ਤੋਂ ਬਾਅਦ ਤੁਹਾਨੂੰ ਜੋ ਮੋਸਟ ਇੰਪੋਰਟੈਂਟ ਸੀਗੇ ਆਪਣੇ ਜਿਹੜੇ ਪੀਜ਼ੈਂਟ ਰਿਵੋਲਟ ਹੋਈ ਸੀਗੀ ਉਹਨਾਂ ਦੀ ਲਿਸਟ ਕਰਵਾਈ ਸੀਗੀ, ਪੋਲੀਟੀਕਲ ਔਰਗਨਾਈਜੇਸ਼ਨ ਦੀ ਕਰਾਈ ਸੀ, ਸੋਸ਼ਲ ਰਿਲੀਜੀਅਸ ਰਿਫੋਰਮ ਮੂਵਮੈਂਟ ਦੀ ਲਿਸਟ ਕਰਵਾਈ ਸੀ। ਸੋ ਜਿਨ੍ਹਾਂ ਨੇ ਲਾਸਟ ਲੈਕਚਰ ਜਾ ਕੇ ਨਹੀਂ ਵੇਖਿਆ, ਜ਼ਰੂਰ ਵੇਖੋ, ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਤੁਹਾਡੇ ਐਗਜ਼ਾਮ ਲਈ। ਅਤੇ ਮੈਂ ਉਮੀਦ ਕਰ ਸਕਦਾ ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ, ਤੁਹਾਨੂੰ ਇੱਕ ਕੁਐਸਚਨ ਉਹਦੇ 'ਚੋਂ ਪੱਕਾ ਹੀ ਆ ਜਾਣਾ ਜੋ ਲਾਸਟ ਲੈਕਚਰ 'ਚ ਆਪਾਂ ਕੀਤਾ। ਸੋ ਜਾ ਕੇ ਜ਼ਰੂਰ ਵੇਖੋ ਲਾਸਟ ਲੈਕਚਰ ਜਿਨ੍ਹਾਂ ਨੇ ਨਹੀਂ ਵੇਖਿਆ। ਸੋ ਅੱਜ ਆਪਾਂ ਕਰਦੇ ਹਾਂ ਲਿਸਟ ਆਫ ਟਰਾਈਬਲ ਮੂਵਮੈਂਟਸ। ਸੋ ਟਰਾਈਬਲ ਮੂਵਮੈਂਟ ਕਿੱਥੇ ਕਿੱਥੇ ਹੋਈਆਂ ਅਤੇ ਉਹਨਾਂ ਲੀਡਰ ਕੌਣ ਸੀਗੇ, ਠੀਕ ਹੈ ਜੀ। ਅਤੇ ਸਭ ਤੋਂ ਪਹਿਲੀ ਕਰਦੇ ਹਾਂ ਆਪਾਂ ਜੋ ਇੰਪੋਰਟੈਂਟ ਹੈਗੀ ਆਪਣੇ ਐਗਜ਼ਾਮ ਲਈ, ਭੀਲਸ। ਇਹ ਕਿੱਥੇ ਹੋਏ ਸੀ? ਖਾਨਦੇਸ਼ ਦੇ ਵਿੱਚ, ਮਤਲਬ ਕਿ ਮਹਾਰਾਸ਼ਟਰ ਦੇ ਵਿੱਚ ਹੋਈ ਸੀ ਭੀਲ ਮੂਵਮੈਂਟ। ਆਪਣੇ ਕੋਲ ਸਿਰਫ ਇੰਨਾ ਹੀ ਪੁੱਛਿਆ ਜਾਣਾ ਵੀ ਭੀਲ ਮੂਵਮੈਂਟ ਕਿੱਥੇ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਮਹਾਰਾਸ਼ਟਰ ਦੇ ਵਿੱਚ, ਠੀਕ ਹੈ ਜੀ। ਨੈਕਸਟ ਹੈਗਾ ਹੋ ਮੂਵਮੈਂਟ। ਇਹ ਕਿੱਥੇ ਹੋਈ ਹੈ? ਸਿੰਘਭਮ ਕਿੱਥੇ ਹੈਗਾ? ਝਾਰਖੰਡ ਦੇ ਵਿੱਚ, ਠੀਕ ਹੈ। ਖੋਂਡ ਮੂਵਮੈਂਟ ਕਿੱਥੇ ਹੋਈ ਸੀ? ਉੜੀਸਾ ਦੇ ਵਿੱਚ। ਖਾਸਿਸ ਕਿੱਥੇ ਹੋਈ ਸੀ? ਮੇਘਾਲਿਆ ਦੇ ਵਿੱਚ। ਕੋਲਿਸ ਕਿੱਥੇ ਹੋਈ ਸੀ? ਸ਼ਹਾਦਰੀਜ਼ ਦੇ ਵਿੱਚ, ਠੀਕ ਹੈ। ਫਿਰ ਸਿੰਘਪੋਸੀ ਅਸਾਮ ਦੇ ਵਿੱਚ। ਕੋਲਸ ਕਿੱਥੇ ਹੋਈ ਸੀ? ਛੋਟਾ ਨਾਗਪੁਰ ਪਲੇਟੂ ਜੋ ਕਿ ਝਾਰਖੰਡ ਦੇ ਵਿੱਚ ਹੈ। ਫਿਰ ਨੈਕਸਟ ਆ ਜਾਂਦਾ ਸੰਥਲ ਰਬੀਲੀਅਨ ਕਿੱਥੇ ਹੋਈ ਸੀ ਨਾ, ਸਾਰਾ ਪਤਾ ਹੋਣਾ ਚਾਹੀਦਾ ਤੁਹਾਨੂੰ। ਸੰਥਲ ਰਬੀਲੀਅਨ ਦਾ ਸਾਰਾ ਪਤਾ ਹੋਣਾ ਚਾਹੀਦਾ। 1855 ਤੋਂ ਲੈ ਕੇ 1856 ਡਿਊਰਿੰਗ ਦੀ ਟਾਈਮ ਆਫ ਲਾਰਡ ਡਲਹੌਜ਼ੀ। ਅਤੇ ਕਿੱਥੇ ਹੋਈ ਸੀਗੀ? ਰਾਜ ਮਹਿਲ ਹਿਲ, ਜੋ ਕਿ ਹੈਗੇ ਆ ਝਾਰਖੰਡ ਦੇ ਵਿੱਚ, ਠੀਕ ਹੈ। ਅਤੇ ਹੋਰ ਕੀ ਇਹਦੇ ਨਾਲ ਰਿਲੇਟਡ ਹੈਗਾ ਸੰਥਲ ਰਬੀਲੀਅਨ ਦੇ ਨਾਲ? ਦੋ ਲੀਡਰ ਹੈਗੇ ਆ, ਸਾਧੂ ਕਾਨੂੰ, ਠੀਕ ਹੈ। ਦੋ ਲੀਡਰ ਹੈਗੇ ਆ, ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ। ਸੰਨਿਆਸੀ ਰਬੀਲੀਅਨ ਕਦੋਂ ਹੋਇਆ ਸੀ? 1771 ਦੇ ਵਿੱਚ। ਅਤੇ ਆਪਣੀ ਸੰਥਲ ਰਬੀਲੀਅਨ ਕਦੋਂ ਹੋਇਆ? 1855 ਅਤੇ 56 ਦੇ ਵਿੱਚ। ਬਾਕੀ ਆਪਾਂ ਰਿਵੋਲਟ ਪੜ੍ਹੇ ਸੀ, ਪਬਨਾ ਰਿਵੋਲਟ ਪੜ੍ਹਿਆ ਸੀ, ਡੈਕਰ ਰਿਵੋਲਟ ਪੜ੍ਹਿਆ ਸੀਗਾ, ਅਤੇ ਆਪਣਾ ਇੰਡੀਗੋ ਰਿਬੀਲੀਅਨ ਪੜ੍ਹਿਆ ਸੀ, ਜੋ 1859 ਤੋਂ ਲੈ ਕੇ 1860 ਦੇ ਵਿੱਚ ਹੋਇਆ ਸੀਗਾ, ਠੀਕ ਹੈ ਜੀ। ਸੋ ਜਿਹੜਾ ਇੰਡੀਗੋ ਰਿਬੀਲੀਅਨ ਦੇ ਨਾਲ ਕਿਹੜੇ ਲੋਕ ਜੁੜੇ ਹੋਏ ਆ, ਆਪਣਾ ਆ ਜਾਊਗਾ ਵਿਸ਼ਵਾਸ ਬ੍ਰਦਰ ਇੰਡੀਗੋ ਰਿਬੀਲੀਅਨ ਦੇ ਨਾਲ ਜੁੜੇ ਹੋਏ ਆ, ਠੀਕ ਹੈ ਜੀ। ਸੰਨਿਆਸੀ ਰਿਬੀਲੀਅਨ ਦੇ ਨਾਲ ਇੰਪੋਰਟੈਂਟ ਕੀ ਚੀਜ਼ ਕੀ ਸੀਗੀ? ਆਨੰਦ ਮਠ, ਜਿਹੜਾ ਸੰਨਿਆਸੀ ਰਿਬੀਲੀਅਨ ਦੇ ਬੇਸਿਸ 'ਤੇ ਇੱਕ ਨਾਵਲ ਲਿਖਿਆ ਗਿਆ ਆਨੰਦ ਮਠ, ਠੀਕ ਹੈ ਜੀ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਨੈਕਸਟ ਹੈਗਾ ਨਾਇਕ ਦਾਸ। ਇਹ ਕਿੱਥੇ ਹੋਇਆ ਸੀਗਾ? ਪੰਚਮਹਿਲ, ਗੁਜਰਾਤ ਦੇ ਵਿੱਚ। ਸੋ ਇਹਨਾਂ ਦੇ ਸਭ ਤੋਂ ਇੰਪੋਰਟੈਂਟ ਕਿਹੜਾ ਆ ਜਾਂਦਾ? ਆਪਣਾ ਭੀਲ ਸਭ ਤੋਂ ਇੰਪੋਰਟੈਂਟ ਆ ਜਾਂਦਾ। ਖੋਂਡ ਆ ਜਾਂਦਾ, ਜਿਹੜਾ ਕਿ ਉੜੀਸਾ ਦੇ ਵਿੱਚ ਹੋਇਆ ਸੀ। ਸਿੰਘਪੋਸੀਸ ਅਸਾਮ ਦੇ ਵਿੱਚ ਹੋਇਆ ਸੀਗਾ। ਅਤੇ ਆਪਣਾ ਸੰਥਾਲਸ ਕਿੱਥੇ ਹੋਇਆ? ਰਾਜ ਮਹਿਲ ਹਿਲਸ, ਜੋ ਕਿ ਝਾਰਖੰਡ ਦੇ ਵਿੱਚ ਹੈ, ਠੀਕ ਹੈ। ਸੋ ਇਹਨਾਂ ਦੇ ਕਾਰਨ ਆਪਾਂ ਲਾਸਟ ਲੈਕਚਰਸ ਦੇ ਵਿੱਚ ਕੀਤੇ ਹੋਏ ਆ। ਜਿਹਨਾਂ ਨੇ ਨਹੀਂ ਪੜ੍ਹੇ ਜਾ ਕੇ ਲਾਸਟ ਲੈਕਚਰ ਜ਼ਰੂਰ ਪੜ੍ਹੋ, ਐਕਸਟ੍ਰੀਮਲੀ ਇੰਪੋਰਟੈਂਟ ਹੈ ਤੁਹਾਡੇ ਲਈ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਕੁਐਸਚਨ। ਇੰਡੀਅਨ ਨੈਸ਼ਨਲ ਕਾਂਗਰਸ ਵਾਜ਼ ਐਸਟੈਬਲਿਸ਼ਡ ਬਾਏ ਦਾ। ਸੋ ਆਪਾਂ ਕੱਲ੍ਹ ਵੀ ਪੜ੍ਹਿਆ ਸੀਗਾ ਵੀ ਜਿਹੜੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਹੈ, ਉਹ ਕਿਹਨੇ ਫਾਰਮਡ ਕੀਤੀ ਸੀ, ਕਿਉਂ ਫਾਰਮਡ ਕੀਤੀ ਸੀ। ਆਪਾਂ ਕੱਲ੍ਹ ਦੇ ਜਿਹੜੇ ਲੈਕਚਰ ਸੀ ਉਹਨਾਂ ਜਾ ਕੇ ਜ਼ਰੂਰ ਵੇਖੋ, ਤੁਹਾਨੂੰ ਪਤਾ ਲੱਗ ਜਾਊਗਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਰਮੇਸ਼ਨ ਕਿਵੇਂ ਹੋਈ। ਫਿਰ ਵੀ ਤੁਹਾਨੂੰ ਰਿਪੀਟ ਕਰ ਦੇਣਾ ਇੰਡੀਅਨ ਨੈਸ਼ਨਲ ਕਾਂਗਰਸ, ਕਿਉਂਕਿ ਜਿਹੜੀਆਂ ਅੱਡ ਪੋਲੀਟੀਕਲ ਔਰਗਨਾਈਜੇਸ਼ਨ ਬਣ ਚੁੱਕੀਆਂ ਸੀ, ਜਿਵੇਂ ਕਿ ਇੰਡੀਅਨ ਐਸੋਸੀਏਸ਼ਨ ਹੋ ਗਈ, ਇੰਡੀਅਨ ਸੁਸਾਇਟੀ ਹੋ ਗਈ, ਜਾਂ ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਹੋ ਗਈ, ਇਸੇ ਤਰ੍ਹਾਂ ਦੀਆਂ ਛੋਟੀਆਂ ਐਸੋਸੀਏਸ਼ਨ ਬਣੀਆਂ ਸੀ 1850 ਤੋਂ ਲੈ ਕੇ 1885 ਦੇ ਵਿੱਚ। ਹੁਣ ਇਹ ਛੋਟੀਆਂ ਔਰਗਨਾਈਜੇਸ਼ਨ ਸੀਗੀਆਂ ਜੋ ਲੋਕਲ ਇੰਟਰਸਟ ਨੂੰ ਸਰਵ ਕਰ ਰਹੀਆਂ ਸੀਗੀਆਂ, ਪਰ ਹੁਣ ਇਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਵੀ ਇੱਕ ਨੈਸ਼ਨਲ ਲੈਵਲ 'ਤੇ ਵੀ ਹੋਣੀ ਚਾਹੀਦੀ ਹੈ ਜੋ ਪੂਰੇ ਆਲ ਓਵਰ ਨੇਸ਼ਨ ਦਾ ਇੰਟਰਸਟ ਨੂੰ ਸਰਵ ਕਰੇ, ਨਾ ਕਿ ਸਾਡੀਆਂ ਲੋਕਲ ਐਸਪੀਰੇਸ਼ਨ ਜਾਂ ਰੀਜਨਲ ਐਸਪੀਰੇਸ਼ਨ ਨੂੰ ਸਰਵ ਕਰੇ। ਤਾਂ ਉਹਨਾਂ ਨੇ ਫਾਰਮ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ, ਜਿਹੜੀ ਕਿ ਫਾਰਮ ਕੀਤੀ ਗਈ ਏਹੋ ਹਿਊਮ ਦੁਆਰਾ। ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਹੈ। ਸੋ ਏਹੋ ਹਿਊਮ ਇੱਕ
ਸਿਵਲ ਸਰਵੈਂਟ ਸੀਗੇ ਅਤੇ ਜੋ ਬ੍ਰਿਟਿਸ਼ਰ ਦੇ ਸਿਵਲ ਸਰਵੈਂਟ ਸੀ ਜਿਨ੍ਹਾਂ ਨੇ ਫਾਰਮ ਕੀਤੀ ਸੀ ਏਓ ਹਿਊਮ। ਜਿਹੜਾ ਇਹਦਾ ਪਹਿਲਾ ਸੈਸ਼ਨ ਸੀ ਉਹ ਕਿਹਨੇ ਹੈਡ ਕੀਤਾ ਸੀ, ਉਹ ਆਪਣਾ ਆਨਸਰ ਆ ਜਾਊਗਾ WC ਬੈਨਰਜੀ ਨੇ। ਠੀਕ ਹੈ ਜੀ। ਵੈਸੇ ਫਾਊਂਡ ਕਿਹਨੇ ਕੀਤੀ ਹੈ, ਏਓ ਹਿਊਮ ਨੇ ਕੀਤੀ ਹੈ। ਠੀਕ ਹੈ ਜੀ। ਸੋ ਜਿਹੜੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਫਾਰਮਡ ਹੋਈ ਸੀ ਜੋ ਨੈਸ਼ਨਲ ਲੈਵਲ 'ਤੇ ਪੂਰੇ ਨੇਸ਼ਨ ਦਾ ਇੰਟਰਸਟ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਖੜੀ ਹੋਈ ਸੀ, ਕਦੋਂ ਫਾਰਮਡ ਹੋਈ ਸੀ 1885 ਦੇ ਵਿੱਚ। ਠੀਕ ਹੈ ਜੀ, ਮੁੰਬਈ ਦੇ ਵਿੱਚ। ਇਹ ਫਾਰਮ ਕਿਹਨੇ ਕੀਤੀ ਸੀ, ਏਓ ਹਿਊਮ ਨੇ। ਇੰਡੀਅਨ ਨੈਸ਼ਨਲ ਕਾਂਗਰਸ ਵਾਜ਼ ਐਸਟੈਬਲਿਸ਼ ਬਾਈ ਦਾ ਏਓ ਹਿਊਮ ਇਨ 1885। ਠੀਕ ਹੈ ਜੀ। ਸੋ ਇਹ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ, ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਬਾਕੀ ਇਹਨਾਂ ਦੀ ਵਾਰ-ਵਾਰ ਰਿਵੀਜ਼ਨ ਕਰੀ ਜਾਣੀ। ਏਓ ਹਿਊਮ ਤੇ 1885। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ ਆਪਣਾ, ਦ ਫਸਟ ਕਾਨਫਰੰਸ ਆਫ ਇੰਡੀਅਨ ਨੈਸ਼ਨਲ ਕਾਂਗਰਸ ਵਾਜ਼ ਹੈਲਡ ਐਟ। ਜਿਹੜੀ ਪਹਿਲੀ ਕਾਨਫਰੰਸ ਹੋਈ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ ਦੀ, ਕਿੱਥੇ ਹੋਈ ਸੀਗੀ, ਮੁੰਬਈ ਦੇ ਵਿੱਚ ਹੋਈ ਸੀਗੀ। ਪਹਿਲਾਂ ਹੋਣੀ ਤਾਂ ਪੂਨੇ ਦੇ ਵਿੱਚ ਸੀਗੀ, ਪਰ ਉੱਥੇ ਕੋਲਰਾ ਫੈਲ ਗਿਆ ਸੀਗਾ ਜਾਂ ਹੋਰ ਬਿਮਾਰੀ ਫੈਲ ਗਈ ਸੀਗੀ, ਉਹਦੇ ਕਾਰਨ ਇਹ ਜਿਹੜੀ ਕਾਨਫਰੰਸ ਹੈ ਮੁੰਬਈ ਦੇ ਵਿੱਚ ਹੋਈ ਸੀਗੀ, ਨਾ ਕਿ ਪੂਨੇ ਦੇ ਵਿੱਚ। ਠੀਕ ਹੈ ਜੀ। ਸੋ ਆਪਾਂ ਨੂੰ ਇਹ ਵੀ ਪੁੱਛ ਲਿਆ ਜਾਂਦਾ ਵੀ ਜਿਹੜੀ ਸਕੈਡਿਊਲਡ ਕਿੱਥੇ ਗਈ ਸੀ, ਵੀ ਰੱਖੀ ਕਿੱਥੇ ਗਈ ਸੀ ਇਹ ਕਾਨਫਰੰਸ, ਤਾਂ ਆਪਣਾ ਆਨਸਰ ਆ ਜਾਊਗਾ ਪੂਨੇ ਦੇ ਵਿੱਚ ਰੱਖੀ ਗਈ ਸੀਗੀ। ਹੂ ਵਾਜ਼ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਸੋ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹਨੇ ਪਹਿਲੀ ਜਿਹੜੀ ਕਾਨਫਰੰਸ ਨੂੰ ਹੈਡ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ WC ਬੈਨਰਜੀ। ਵੈਸੇ ਆਪਾਂ ਨੂੰ ਪੁੱਛ ਲਿਆ ਜਾਵੇ ਕਿ ਕਾਂਗਰਸ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀ, ਨੀਂਹ ਕਿਹਨੇ ਰੱਖੀ ਸੀ, ਤਾਂ ਆਪਣਾ ਆਨਸਰ ਆ ਜਾਊਗਾ ਏਓ ਹਿਊਮ ਨੇ। ਠੀਕ ਹੈ ਜੀ। ਦੋਨੇ ਚੀਜ਼ਾਂ ਅੱਡ ਅੱਡ ਹੈਗੀਆਂ, ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, WC ਬੈਨਰਜੀ ਅਤੇ ਏਓ ਹਿਊਮ। ਠੀਕ ਹੈ ਜੀ। ਸੋ ਦੋਨੇ ਹੀ ਆਪਣੇ ਲਈ ਇੰਪੋਰਟੈਂਟ ਹੈਗੇ, ਦੋਨੇ ਲਈ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਸੋ ਆਪਾਂ ਪੜ੍ਹਦੇ ਹਾਂ। ਨੈਕਸਟ ਹੈਗਾ ਆਪਣੇ ਲਈ ਜੋ ਇੰਪੋਰਟੈਂਟ, ਦ ਇੰਡੀਅਨ ਨੈਸ਼ਨਲ ਕਾਂਗਰਸ ਵਾਜ਼ ਐਸਟੈਬਲਿਸ਼ਡ ਡਿਊਰਿੰਗ ਦਾ ਵਾਇਸਰੋਏ ਆਫ। ਕਿਹੜੇ ਵਾਇਸਰੋਏ ਸੀਗੇ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਸਟੈਬਲਿਸ਼ ਕੀਤੀ ਗਈ, ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਡਫਰਿਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਐਕਸਟ੍ਰੀਮਲੀ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਹੈਗਾ। ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਊਗਾ। ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ, ਕਾਂਗਰਸ ਫਾਰਮਡ ਕਦੋਂ ਹੋਈ, 1885। ਠੀਕ ਹੈ, ਸਭ ਤੋਂ ਪਹਿਲੀ ਗੱਲ ਹੋ ਜਾਂਦੀ ਹੈ। ਫਾਊਂਡ ਕਿਹਨੇ ਕੀਤੀ, ਏਓ ਹਿਊਮ ਨੇ। ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ, WC ਬੈਨਰਜੀ। ਠੀਕ ਹੈ। ਕਿਹੜੇ ਲੋਰਡ ਦੇ ਦੌਰਾਨ ਹੋਈ, ਤਾਂ ਆਪਣਾ ਆਨਸਰ ਆ ਜਾਊਗਾ ਲਾਰਡ ਡਫਰਿਨ ਦੇ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਫਾਰਮਡ ਹੋਈ। ਠੀਕ ਹੈ ਜੀ। ਸੋ ਸਾਰੀਆਂ ਗੱਲਾਂ ਤੁਹਾਨੂੰ ਡਿਟੋ ਯਾਦ ਹੋਣੀਆਂ ਚਾਹੀਦੀਆਂ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਦ ਸੈਕਿੰਡ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਵਾਜ਼ ਪ੍ਰੈਜ਼ਾਈਡਡ ਓਵਰ ਬਾਈ ਦਾ। ਹੁਣ ਆਪਾਂ ਨੂੰ ਪਹਿਲਾ ਸੈਸ਼ਨ ਤਾਂ ਆਪਾਂ ਵੇਖ ਲਿਆ ਵੀ ਜਿਹੜਾ WC ਬੈਨਰਜੀ ਨੇ ਹੈਡ ਕੀਤਾ ਸੀ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਸੈਕਿੰਡ ਸੈਸ਼ਨ ਕਿਹਨੇ ਹੈਡ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਦਾਦਾ ਭਾਈ ਨਰੋਜੀ, ਦਾ ਗ੍ਰੈਂਡ ਓਲਡ ਮੈਨ ਆਫ ਇੰਡੀਆ। ਸੋ ਦਾਦਾ ਭਾਈ ਨਰੋਜੀ, ਸੈਕਿੰਡ ਸੈਸ਼ਨ ਆਫ ਕਾਂਗਰਸ। ਠੀਕ ਹੈ। ਸੋ ਆਪਾਂ ਨੈਕਸਟ ਪੜ੍ਹਦੇ ਹਾਂ, ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਦਾ, ਆਪਣਾ ਆਨਸਰ ਆ ਜਾਊਗਾ ਬਦਰੁਦੀਨ ਤਿਆਬ ਜੀ। ਇਹ ਵੀ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀਗਾ ਕਾਂਗਰਸ ਦਾ, ਤਾਂ ਆਪਣਾ ਆਨਸਰ ਆ ਜਾਊਗਾ ਬਦਰੁਦੀਨ ਤਿਆਬ ਜੀ ਸੀਗਾ। ਸੋ ਇਹਨਾਂ ਨੇ ਮਦਰਾਸ ਸੈਸ਼ਨ ਨੂੰ ਹੈਲਡ ਕੀਤਾ ਸੀ। ਨੈਕਸਟ ਕੁਐਸਚਨ ਆ ਜਾਂਦਾ, ਫਸਟ ਯੂਰੋਪੀਅਨ ਟੂ ਬੀ ਇਲੈਕਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ, ਤਾਂ ਆਪਣਾ ਆਨਸਰ ਆ ਜਾਊਗਾ ਜੋਰਜ ਯੂਲੇ। ਠੀਕ ਹੈ ਜੀ। ਸੋ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀਗਾ, ਤਾਂ ਆਪਣਾ ਆਨਸਰ ਆ ਜਾਊਗਾ ਬਦਰੁਦੀਨ ਤਿਆਬ ਜੀ। ਠੀਕ ਹੈ। ਪਹਿਲਾ ਯੂਰੋਪੀਅਨ ਕੌਣ ਸੀਗਾ, ਜੋਰਜ ਯੂਲੇ। ਠੀਕ ਹੈ ਜੀ। ਸੋ ਇਹਨਾਂ ਸਾਰਿਆਂ ਨੂੰ ਯਾਦ ਰੱਖਣਾ। ਵੈਸੇ ਪੁੱਛ ਲਿਆ ਜਾਂਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ, ਆਪਣਾ ਆਨਸਰ ਆ ਜਾਊਗਾ WC ਬੈਨਰਜੀ। ਵੈਸੇ ਫਾਊਂਡ ਕਿਹਨੇ ਕੀਤਾ ਕਾਂਗਰਸ ਨੂੰ, ਤਾਂ ਆਪਣਾ ਆਨਸਰ ਆ ਜਾਊਗਾ ਏਓ ਹਿਊਮ। ਕਦੋਂ ਕੀਤਾ, 1885 ਦੇ ਵਿੱਚ। ਠੀਕ ਹੈ। ਸੋ ਇਹ ਸਾਰੀਆਂ ਗੱਲਾਂ ਤੁਸੀਂ ਯਾਦ ਰੱਖਣੀਆਂ। ਨੈਕਸਟ ਹੈਗਾ, ਹੂ ਵਾਜ਼ ਦਾ ਫਸਟ ਵੂਮਨ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ। ਸੋ ਪਹਿਲੀ ਵੂਮਨ ਕਿਹੜੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਪ੍ਰੈਜ਼ੀਡੈਂਟ ਬਣੀ ਸੀ, ਤਾਂ ਆਪਣਾ ਆਨਸਰ ਆ ਜਾਊਗਾ ਮਿਸ ਐਨੀ ਬੈਸੈਂਟ। ਐਨੀ ਬੈਸੈਂਟ ਇੱਕ ਪ੍ਰਪਾਊਂਡਰ ਸੀ ਆਪਣੀ ਥੀਓਸੋਫੀਕਲ ਸੁਸਾਇਟੀ ਦੀ ਵੀ, ਜੋ ਇੰਡੀਆ ਦੇ ਵਿੱਚ ਅਦਿਆਰ ਦੇ ਵਿੱਚ ਜਿਹਦੇ ਹੈੱਡਕੁਆਟਰ ਹੈਗੇ ਆ। ਸੋ ਵੈਸੇ ਥੀਓਸੋਫੀਕਲ ਸੁਸਾਇਟੀ ਨੂੰ ਕਿਹਨੇ ਫਾਰਮ ਕੀਤਾ ਸੀ, HS ਬੋਲਕਟ ਅਤੇ ਕਰਨਲ ਔਲਕੋਟ। ਠੀਕ ਹੈ। ਸੋ ਸਾਰਿਆਂ ਨੂੰ ਪਤਾ ਹੋਊਗਾ, ਵਾ ਪ੍ਰੀਵੀਅਸ ਲੈਕਚਰ ਦੇ ਵਿੱਚ ਬਹੁਤ ਡਿਟੇਲ ਵੇ ਦੇ ਵਿੱਚ ਪੜ੍ਹਿਆ ਥੀਓਸੋਫੀਕਲ ਸੁਸਾਇਟੀ। ਪਰ ਇੰਡੀਆ ਦੇ ਵਿੱਚ ਪ੍ਰਪਾਊਂਡਰ ਕੌਣ ਸੀ, ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੈਸੈਂਟ, ਜੋ ਕਿ ਕਾਂਗਰਸ ਦੀ ਪਹਿਲੀ ਵੂਮਨ ਪ੍ਰੈਜ਼ੀਡੈਂਟ ਵੀ ਸੀਗੀ। ਕਿਹੜਾ ਸੈਸ਼ਨ ਇਹਨਾਂ ਨੇ ਹੈਡ ਕੀਤਾ ਸੀ, ਲਖਨਊ ਸੈਸ਼ਨ, ਜੋ ਕਿ 1917 ਦੇ ਵਿੱਚ ਹੋਇਆ ਸੀਗਾ, ਉਹ ਐਨੀ ਬੈਸੈਂਟ ਨੇ ਹੈਡ ਕੀਤਾ ਸੀ। ਠੀਕ ਹੈ। ਸੋ ਹੂ ਵਾਜ਼ ਦਾ ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਆਫ ਦਾ ਕਾਂਗਰਸ। ਪਹਿਲਾਂ ਪੁੱਛ ਲਿਆ ਗਿਆ ਵੀ ਓਵਰਆਲ ਵੂਮਨ ਪ੍ਰੈਜ਼ੀਡੈਂਟ ਕੌਣ ਸੀ ਇੰਡੀਅਨ ਨੈਸ਼ਨਲ ਕਾਂਗਰਸ ਸੀ, ਤਾਂ ਆਪਣਾ ਆਨਸਰ ਆ ਜਾਊਗਾ ਐਨੀ ਬੈਸੈਂਟ। ਆਪਾਂ ਨੂੰ ਪੁੱਛ ਲਿਆ ਜਾਏ ਪਹਿਲਾਂ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਕੌਣ ਸੀ ਕਾਂਗਰਸ ਦੇ, ਤਾਂ ਆਪਣਾ ਆਨਸਰ ਆ ਜਾਊਗਾ ਸਰੋਜਨੀ ਨਾਇਡੂ। ਸੋ ਸਾਰਿਆਂ ਨੂੰ ਪਤਾ ਹੋਊਗਾ, ਹੋਪਫੁਲੀ ਉਮੀਦ ਕਰ ਸਕਦੇ ਹਾਂ ਸਾਰਿਆਂ ਨੂੰ ਪਤਾ ਹੋਊਗਾ। ਸਰੋਜਨੀ ਨਾਇਡੂ ਪਹਿਲੀ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਸੀਗੀ ਕਾਂਗਰਸ ਦੀ, ਅਤੇ ਜਿਹੜੀ ਐਨੀ ਬੈਸੈਂਟ ਸੀਗੀ ਉਹ ਵੈਸੇ ਓਵਰਆਲ ਕਾਂਗਰਸ ਦੀ ਪ੍ਰੈਜ਼ੀਡੈਂਟ ਸੀਗੀ, ਵੂਮਨ ਪ੍ਰੈਜ਼ੀਡੈਂਟ ਸੀ, ਪਹਿਲੀ ਵੂਮਨ ਪ੍ਰੈਜ਼ੀਡੈਂਟ। ਕਿਹੜਾ ਸੈਸ਼ਨ ਹੈਡ ਕੀਤਾ ਸੀਗਾ ਐਨੀ ਬੈਸੈਂਟ ਨੇ, ਲਖਨਊ ਸੈਸ਼ਨ, ਜੋ ਕਿ 1917 ਦੇ ਵਿੱਚ ਹੋਇਆ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ।
ਸੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ, ਹੂ ਅਮੰਗ ਆਫ ਦਾ ਫੋਲੋਇੰਗ ਆਰ ਦਾ ਯੰਗੈਸਟ ਪਰਸਨ ਟੂ ਬਿਕਮ ਅ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਸੋ ਸਭ ਤੋਂ ਜਿਹੜਾ ਯੰਗ ਪਰਸਨ ਕੌਣ ਸੀਗਾ ਜੋ ਪ੍ਰੈਜ਼ੀਡੈਂਟ ਬਣਿਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ, ਤਾਂ ਆਪਣਾ ਆਨਸਰ ਆ ਜਾਊਗਾ ਅਬੁਲ ਕਲਾਮ ਆਜ਼ਾਦ। ਠੀਕ ਹੈ, ਇਹਨਾਂ ਨੇ ਇੱਕ ਨਿਊਜ਼ਪੇਪਰ ਵੀ ਸਟਾਰਟ ਕੀਤਾ ਸੀ ਅਬੁਲ ਕਲਾਮ ਆਜ਼ਾਦ ਨੇ, ਜਿਹਦਾ ਨਾਮ ਸੀਗਾ ਅਲ ਹਿਲਾਲ। ਸੋ ਸਾਰਿਆਂ ਨੂੰ ਪਤਾ ਹੋਊਗਾ, ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਅਬੁਲ ਕਲਾਮ ਆਜ਼ਾਦ। ਠੀਕ ਹੈ, ਇਹੀ ਆਪਣੇ ਲੌਂਗੈਸਟ ਸਰਵਿੰਗ ਪ੍ਰੈਜ਼ੀਡੈਂਟ ਆਫ ਕਾਂਗਰਸ ਵੀ ਰਹੇ ਆ, 6 ਸਾਲਾਂ ਲਈ ਇਹੀ ਪ੍ਰੈਜ਼ੀਡੈਂਟ ਰਹੇ ਸੀਗੇ। ਠੀਕ ਹੈ, ਯੰਗੈਸਟ ਵੀ ਇਹੀ ਸੀ ਅਤੇ ਲੌਂਗੈਸਟ ਵੀ ਇਹੀ ਸੀਗੇ। ਲੌਂਗੈਸਟ ਸਰਵਿੰਗ ਪ੍ਰੈਜ਼ੀਡੈਂਟ ਆਫ ਕਾਂਗਰਸ ਕੀ ਨਾਮ ਆ ਜਾਊਗਾ, ਅਬੁਲ ਕਲਾਮ ਆਜ਼ਾਦ। ਅਤੇ ਆਪਾਂ ਨੂੰ ਪੁੱਛ ਲਿਆ ਜਾਵੇ ਵੀ ਯੰਗੈਸਟ ਪਰਸਨ ਟੂ ਬੀ ਬਿਕਮ ਐਜ਼ ਅ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ, ਤਾਂ ਆਪਣਾ ਆਨਸਰ ਕੀ ਆ ਜਾਊਗਾ, ਅਬੁਲ ਕਲਾਮ ਆਜ਼ਾਦ। ਹੂ ਸੈਡ ਸਵਰਾਜ ਇਜ਼ ਦਾ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ, ਅਤੇ ਉਮੀਦ ਕਰਦੇ ਹਾਂ PPSC ਇਸ ਕੁਐਸਚਨ ਨੂੰ ਰਿਪੀਟ ਕਰ ਸਕਦਾ, ਜਾਂ ਜਿਹੜੇ ਹੋਰ ਆਪਣੇ ਜਿਹੜੇ ਮਤਲਬ ਸਟੇਟ ਦੇ ਐਗਜ਼ਾਮ ਹੈਗੇ ਆ ਰਿਪੀਟ ਕਰ ਸਕਦੇ ਆ ਇਸ ਕੁਐਸਚਨ ਨੂੰ। ਤਾਂ ਆਪਣਾ ਆਨਸਰ ਆ ਜਾਊਗਾ ਬਾਲ ਗੰਗਾਧਰ ਤਿਲਕ ਨੇ ਕਿਹਾ ਸੀਗਾ ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਠੀਕ ਹੈ, ਲੌਂਗੈਸਟ ਸਰਵਿਸ ਪ੍ਰੈਜ਼ੀਡੈਂਟ ਕੌਣ ਹੈ ਕਾਂਗਰਸ ਦਾ, ਅਬੁਲ ਕਲਾਮ ਆਜ਼ਾਦ। ਯੰਗੈਸਟ ਪ੍ਰੈਜ਼ੀਡੈਂਟ ਕੌਣ ਹੈ, ਅਬੁਲ ਕਲਾਮ ਆਜ਼ਾਦ। ਠੀਕ ਹੈ, ਸੋ ਸਾਰਿਆਂ ਨੂੰ ਪਤਾ ਹੋਊਗਾ। ਸੋ ਨੈਕਸਟ ਆ ਜਾਂਦਾ ਹੈ, ਹੂ ਅਮੰਗ ਆਫ ਦਾ ਫੋਲੋਇੰਗ ਵਾਜ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਕੰਟੀਨਿਊਸਲੀ ਫॉर 6 years। ਸੋ ਇਹ ਤੁਹਾਨੂੰ ਮੈਂ ਦੱਸਿਆ ਵੀ ਹੈਗਾ ਹੁਣੇ ਵੀ 6 ਸਾਲਾਂ ਦੇ ਵਾਸਤੇ ਅਬੁਲ ਕਲਾਮ ਆਜ਼ਾਦ ਪ੍ਰੈਜ਼ੀਡੈਂਟ ਰਹੇ ਹੈ ਕਾਂਗਰਸ ਦੇ। ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼। ਯੰਗੈਸਟ ਵੀ ਇਹੀ ਸੀ ਅਤੇ 6 ਸਾਲਾਂ ਲਈ ਇਹੀ ਬਣੇ ਸੀਗੇ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਨੈਕਸਟ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਇੰਡੀਪੈਂਡੈਂਸ ਵਾਸ। ਕੌਣ ਸੀਗਾ ਪ੍ਰੈਜ਼ੀਡੈਂਟ ਡਿਊਰਿੰਗ ਦੀ ਟਾਈਮ ਆਫ ਇੰਡੀਅਨ ਨੈਸ਼ਨਲ ਇੰਡੀਪੈਂਡੈਂਸ। ਜਦੋਂ ਇੰਡੀਆ ਆਜ਼ਾਦ ਹੋ ਰਿਹਾ ਸੀਗਾ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀਗਾ ਉਸ ਦੌਰਾਨ, ਤਾਂ ਆਪਣਾ ਆਨਸਰ ਆ ਜਾਊਗਾ JB ਕ੍ਰਿਪਲਾਨੀ। ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਬਹੁਤ ਇੰਪੋਰਟੈਂਟ ਹੈਗੀ ਹੈ। ਸੋ ਤੁਸੀਂ ਜਿੰਨੇ ਵੀ ਤੁਹਾਨੂੰ ਕੁਐਸਚਨ ਕਰਵਾਏ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਿਲੇਟਿਡ, ਪ੍ਰੈਜ਼ੀਡੈਂਟ ਦੇ ਰਿਲੇਟਿਡ, ਤੁਸੀਂ ਜ਼ਰੂਰ ਪੜ੍ਹੋ। ਇੱਕ ਆ ਜਾਂਦਾ ਕੁਐਸਚਨ ਵੀ ਪੂਰਨਾ ਸਵਰਾਜ ਦਾ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀਗਾ 1930 ਦੇ ਵਿੱਚ, ਉਦੋਂ ਕੌਣ ਸੀਗੇ ਪ੍ਰੈਜ਼ੀਡੈਂਟ, ਤਾਂ ਆਪਣਾ ਆਨਸਰ ਆ ਜਾਊਗਾ ਜਵਾਹਰ ਲਾਲ ਨਹਿਰੂ। ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਇਹ ਚੀਜ਼ਾਂ। ਸੋ ਪਹਿਲੇ ਪ੍ਰੈਜ਼ੀਡੈਂਟ ਕੌਣ ਸੀ, WC ਬਨਰਜੀ। ਯੰਗੈਸਟ ਆ ਜਾਏ ਤਾਂ ਅਬੁਲ ਕਲਾਮ ਆਜ਼ਾਦ। ਲੌਂਗੈਸਟ ਆ ਜਾਏ ਅਬੁਲ ਕਲਾਮ ਆਜ਼ਾਦ। ਜਦੋਂ ਆਪਣਾ ਇੰਡੀਆ ਆਜ਼ਾਦ ਹੋਇਆ ਸੀ ਉਦੋਂ ਪ੍ਰੈਜ਼ੀਡੈਂਟ ਕੌਣ ਸੀ ਕਾਂਗਰਸ ਦੀ, ਤਾਂ ਆਪਣਾ ਆਨਸਰ ਆ ਜਾਊਗਾ JB ਕ੍ਰਿਪਲਾਨੀ। ਠੀਕ ਹੈ ਜੀ, ਇਹ ਕਈ ਵਾਰੀ ਕੁਐਸਚਨ ਪੁੱਛਿਆ JB ਕ੍ਰਿਪਲਾਨੀ ਵਾਲਾ, ਤਾਂ ਹੀ ਤੁਹਾਨੂੰ ਮੈਂ ਕਹਿ ਰਿਹਾ ਇਹਨਾਂ 'ਤੇ ਜ਼ਿਆਦਾ ਐਮਫਸਿਸ ਦਿਓ। ਆਪਣਾ ਦੂਜਾ ਸੈਸ਼ਨ ਕਿਹਨੇ ਹੋਲਡ ਕੀਤਾ ਸੀ ਕਾਂਗਰਸ ਦੇ, ਤਾਂ ਆਪਣਾ ਆਨਸਰ ਆ ਜਾਊਗਾ ਦਾਦਾ ਭਾਈ ਨਰੋਜੀ। ਜੇ ਆਪਾਂ ਨੂੰ ਪੁੱਛ ਲਿਆ ਜਾਵੇ ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ, ਤਾਂ ਆਪਣਾ ਆਨਸਰ ਆ ਜਾਊਗਾ ਬਦਰੁਦੀਨ ਤਿਆਬ ਜੀ। ਠੀਕ ਹੈ, ਫਿਰ ਆਪਾਂ ਨੂੰ ਪੁੱਛ ਲਿਆ ਜਾਵੇ ਫਸਟ ਯੂਰੋਪੀਅਨ ਟੂ ਬੀ ਅ ਪ੍ਰੈਜ਼ੀਡੈਂਟ ਆਫ ਕਾਂਗਰਸ, ਤਾਂ ਆਪਣਾ ਆਨਸਰ ਆ ਜਾਊਗਾ ਜੋਰਜ ਯੂਲੇ। ਠੀਕ ਹੈ, ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਹੈਗੀਆਂ ਜੋ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਿਗਾਰਡਿੰਗ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਔਨ ਵਿਚ ਓਕੇਜ਼ਨ ਵਾਜ਼ ਦਾ ਜਨ ਗਣ ਮਨ ਵਾਜ਼ ਫਸਟ ਸੰਗ। ਜਿਹੜਾ ਆਪਣਾ ਜਨ ਗਣ ਮਨ ਆਪਣਾ ਜਿਹੜਾ ਐਂਥਮ ਹੈਗਾ ਉਹ ਕਿਹੜੇ ਸੈਸ਼ਨ ਦੇ ਵਿੱਚ ਪਹਿਲੀ ਵਾਰੀ ਗਾਇਆ ਗਿਆ ਸੀ, ਤਾਂ ਆਪਣਾ ਆਨਸਰ ਆ ਜਾਊਗਾ ਪਹਿਲੀ ਵਾਰੀ ਕਿਸ ਓਕੇਜ਼ਨ 'ਤੇ ਗਾਇਆ। ਸੈਸ਼ਨ ਦੀ ਗੱਲ ਕੀਤੀ ਗਈ, ਓਕੇਜ਼ਨ ਦੀ ਗੱਲ ਕੀਤੀ, ਆਪਣਾ ਆਨਸਰ ਆ ਜਾਊਗਾ ਕਾਂਗਰਸ ਦੇ 1911ਵੇਂ ਸੈਸ਼ਨ ਦੇ 1911 ਦਾ ਜਿਹੜਾ ਕਾਂਗਰਸ ਦਾ ਸੈਸ਼ਨ ਸੀਗਾ ਉਹਦੇ ਵਿੱਚ ਗਾਇਆ ਗਿਆ ਸੀਗਾ ਆਪਣਾ ਜਿਹੜਾ ਆਪਣਾ ਨੈਸ਼ਨਲ ਐਂਥਮ ਹੈਗਾ, ਪਹਿਲੀ ਵਾਰੀ ਗਾਇਆ ਸੀਗਾ ਜਨ ਗਣ ਮਨ 1911 ਜਿਹੜਾ ਸੈਸ਼ਨ ਸੀਗਾ ਕਾਂਗਰਸ ਦਾ। ਠੀਕ ਹੈ, ਸੋ ਨੈਕਸਟ ਹੈਗਾ ਦਾ ਪ੍ਰੋਟੈਸਟ ਮੈਥਡ ਆਫ ਮੋਡਰਨ ਲੀਡਰਸ ਆਫ ਦਾ ਕਾਂਗਰਸ ਵਾਸ। ਜਿਹੜੇ ਆਪਣੇ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜੀ ਆਪਣੀ ਕਾਂਗਰਸ ਸੀਗੀ ਦੋ ਧਿਰਾਂ ਦੇ ਵਿੱਚ ਵੰਡੀ ਗਈ ਸੀਗੀ। ਇੱਕ ਤਾਂ ਆ ਜਾਂਦਾ ਐਕਸਟ੍ਰੀਮਿਸਟ ਜਾਂ ਜਿਹਨੂੰ ਕਹਿ ਦਿੰਦੇ ਆਪਾਂ ਗਰਮ ਦਲ, ਇੱਕ ਆ ਜਾਂਦਾ ਮੋਡਰੇਟ ਜਿਹਨੂੰ ਕਿਹਾ ਜਾਂਦਾ ਨਰਮ ਦਲ। ਠੀਕ ਹੈ, ਸੋ ਜਿਹੜੇ ਨਰਮ ਦਲ ਦੇ ਲੋਕ ਸੀਗੇ ਉਹਨਾਂ ਦੇ ਜਿਹੜੇ ਤਰੀਕੇ ਸੀਗੇ ਗੌਰਮੈਂਟ ਦੇ ਨਾਲ ਭਿੜਨ ਦੇ, ਉਹ ਕੀ ਤਰੀਕੇ ਸੀ ਆਪਾਂ ਨੂੰ ਹੁਣ ਪੁੱਛਿਆ ਗਿਆ, ਤਾਂ ਆਪਣਾ ਆਨਸਰ ਆ ਜਾਊਗਾ ਕੌਂਸਟੀਟਿਊਸ਼ਨ ਐਜੀਟੇਸ਼ਨ। ਕੌਂਸਟੀਟਿਊਸ਼ਨ ਐਜੀਟੇਸ਼ਨ ਤੋਂ ਕੀ ਮਤਲਬ ਹੁੰਦਾ ਵੀ ਜਿਹੜੇ ਸੰਵਿਧਾਨਿਕ ਤੌਰ 'ਤੇ ਆਪਾਂ ਨੂੰ ਤਰੀਕੇ ਦਿੱਤੇ ਗਏ ਗੌਰਮੈਂਟ ਨਾਲ ਲੜਨ ਦੇ, ਉਹ ਤਰੀਕੇ ਵਰਤੇ ਗਏ ਸੀ, ਨਾ ਕਿ ਤੋੜ ਭੰਨ ਦਾ ਤਰੀਕਾ ਹੋਰ, ਜਾਂ ਕਹਿ ਸਕਦੇ ਹਾਂ ਵੀ ਸੜਕਾਂ 'ਤੇ ਇਕੱਠਾ ਹੋ ਜਾਣਾ, ਸਟ੍ਰਾਈਕਸ ਕਰਨਾ, ਇਹ ਤਰੀਕੇ ਨਹੀਂ ਸੀਗੇ। ਸੋ ਜਿਹੜੇ ਇਹ ਵਾਲੇ ਤਰੀਕੇ ਯੂਜ਼ ਕਰਦੇ ਸੀ ਉਹਨਾਂ ਨੂੰ ਐਕਸਟ੍ਰੀਮਿਸਟ ਕਿਹਾ ਜਾਂਦਾ ਹੁੰਦਾ ਸੀਗਾ। ਜਿਹੜੇ ਪ੍ਰੇਅਰਸ ਪਟੀਸ਼ਨ ਅਤੇ ਕੌਂਸਟੀਟਿਊਸ਼ਨ ਮੀਨਸ ਨੂੰ ਯੂਜ਼ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਮੋਡਰੇਟਸ ਕਿਹਾ ਜਾਂਦਾ ਹੁੰਦਾ ਸੀਗਾ। ਮੋਡਰੇਟਸ ਚੰਗੀ ਤਰ੍ਹਾਂ ਜਦੋਂ ਉੱਭਰ ਕੇ ਸਾਹਮਣੇ ਆਏ, ਉਹ ਕਦੋਂ ਆਏ, ਤਾਂ ਆਪਣਾ ਆਨਸਰ ਆ ਜਾਊਗਾ 1907 ਦਾ ਜਿਹੜਾ ਸੂਰਜ ਸੈਸ਼ਨ ਸੀਗਾ ਉਸ ਤੋਂ ਬਾਅਦ ਇਹਨਾਂ ਦਾ ਅਸਲ ਰੂਪ ਸਾਹਮਣੇ ਆਇਆ ਅਤੇ ਅੱਡ ਹੋ ਗਏ, ਐਕਸਟ੍ਰੀਮਿਸਟ ਅੱਡ ਹੋ ਗਏ ਅਤੇ ਮੋਡਰੇਟ ਅੱਡ ਹੋ ਗਏ। ਠੀਕ ਹੈ, ਸੋ ਮੋਡਰੇਟ ਦੇ ਕੀ ਤਰੀਕੇ ਹੁੰਦੇ ਸੀਗੇ
ਕੌਂਸਟੀਟਿਊਸ਼ਨ ਐਜੀਟੇਸ਼ਨ ਕਰਨਾ, ਪ੍ਰੇਅਰਸ ਕਰਨਾ, ਪਟੀਸ਼ਨ ਲਾਉਣਾ, ਨਿਊਜ਼ਪੇਪਰ ਦੇ ਵਿੱਚ ਛਾਪ ਦੇਣਾ। ਪਰ ਜਿਹੜੇ ਆਪਣੇ ਐਕਸਟ੍ਰੀਮਿਸਟ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਕਿ ਐਕਸਟ੍ਰੀਮਿਸਟ ਕਰਦੇ ਹੁੰਦੇ ਸੀਗੇ, ਵਾਇਲੈਂਸ ਹੋ ਜਾਂਦੀ ਸੀਗੀ, ਮਤਲਬ ਕਿ ਵਾਇਲੈਂਟ ਹੋ ਜਾਂਦੇ ਹੁੰਦੇ ਸੀਗੇ, ਸਟ੍ਰਾਈਕਸ ਕਰਦੇ ਸੀਗੇ, ਬਾਈਕਾਟ ਕਰਦੇ ਹੁੰਦੇ ਸੀਗੇ, ਆਪਣੇ ਇੰਡੋਜੀਨੀਅਸ ਜਿਹੜੀਆਂ ਤਰੀਕੇ ਹੈਗੇ, ਇੰਡੀਜੀਨੀਅਸ ਥਿੰਗਸ ਹੈਗੀਆਂ ਉਹਨਾਂ ਨੂੰ ਪ੍ਰਮੋਟ ਕਰਦੇ ਹੁੰਦੇ ਸੀਗੇ। ਸੋ ਇਹ ਤਰੀਕੇ ਸੀਗੇ ਐਕਸਟ੍ਰੀਮਿਸਟ ਦੇ ਵਿੱਚ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ, ਵਿਚ ਵਨ ਆਫ ਦਾ ਫੋਲੋਇੰਗ ਮੂਵਮੈਂਟ ਹੈਜ਼ ਕੰਟਰੀਬਿਊਟਡ ਟੂ ਸਪਲਿਟ ਇਨ ਦਾ ਇੰਡੀਅਨ ਨੈਸ਼ਨਲ ਕਾਂਗਰਸ ਰਿਜ਼ਲਟਿੰਗ ਇਨ ਦਾ ਐਮਰਜੈਂਸ ਆਫ ਮੋਡਰੇਸਟ ਐਂਡ ਦਾ ਐਕਸਟ੍ਰੀਮਿਸਟ। ਸੋ ਕਿਹੜੀ ਹੈ ਜੀ ਮੂਵਮੈਂਟ ਹੈਗੀ ਹੈ ਜਿਹਨੇ ਰਿਜ਼ਲਟ ਕੀਤਾ ਕਿ ਮੋਡਰੇਸਟ ਐਕਸਟ੍ਰੀਮਿਸਟ ਅੱਡ ਹੋ ਗਏ। ਪਹਿਲਾਂ ਅੱਡ ਸੀਗੇ, ਕਾਂਗਰਸ ਦੇ ਵਿੱਚ ਦੋ ਧਿਰੇ ਹੋ ਗਏ ਸੀਗੇ, ਠੀਕ ਹੈ। ਪਰ ਜਦੋਂ ਸਵਦੇਸ਼ੀ ਮੂਵਮੈਂਟ ਹੋਈ ਤਾਂ ਇਹ ਦੋ ਧਿਰੇ ਉੱਭਰ ਕੇ ਜਮਾਂ ਸਾਹਮਣੇ ਆਏ, ਕਲੀਅਰ ਕੱਟ ਡਿਵੀਜ਼ਨ ਦੇ ਵਿੱਚ ਸਾਹਮਣੇ ਆਏ ਅਤੇ ਅੱਡ ਹੋ ਗਏ, ਠੀਕ ਹੈ ਜੀ। ਸਵਦੇਸ਼ੀਆਂ ਕੋਲ ਜਿਹੜੀ ਸਵਦੇਸ਼ੀ ਮੂਵਮੈਂਟ ਹੋ ਗਈ ਸੀਗੀ ਉਸ ਤੋਂ ਬਾਅਦ ਇਹ ਦੋਨੇ ਧਿਰੇ ਅੱਡ ਹੋ ਗਏ ਸੀਗੇ ਅਤੇ ਇੱਕਦਮ ਉੱਭਰ ਕੇ ਸਾਹਮਣੇ ਆਏ, ਠੀਕ ਹੈ ਜੀ। ਸੋ ਆਪਣਾ ਆਨਸਰ ਆ ਜਾਊਗਾ ਸਵਦੇਸ਼ੀ ਮੂਵਮੈਂਟ। ਸੋ ਸਵਦੇਸ਼ੀ ਮੂਵਮੈਂਟ 'ਤੇ ਬਹੁਤ ਵਾਰ ਆਪਣੇ ਜਿਹੜੇ ਪੰਜਾਬ ਦੇ ਐਗਜ਼ਾਮ ਉਹਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ। ਸੋ ਸਵਦੇਸ਼ੀ ਮੂਵਮੈਂਟ ਕਦੋਂ ਹੋਈ ਸੀਗੀ? 1905 ਦੇ ਵਿੱਚ ਮਤਲਬ ਲਗਭਗ ਸ਼ੁਰੂ ਹੋਈ ਸੀਗੀ। ਇਹ ਕਿਉਂ ਹੋਈ ਸੀਗੀ? ਡਿਵੀਜ਼ਨ ਆਫ ਬੰਗਾਲ ਕਰਕੇ ਹੋਈ ਸੀਗੀ ਆਪਣੀ ਸਵਦੇਸ਼ੀ ਮੂਵਮੈਂਟ, ਠੀਕ ਹੈ। ਸੋ ਜਦੋਂ ਇਹ ਸਟਾਰਟ ਹੋਈ ਸੀ ਮੂਵਮੈਂਟ ਉਦੋਂ ਕਿਹੜੇ ਵਾਇਸਰੋਏ ਸੀ ਜਾਂ ਕਹਿ ਸਕਦੇ ਹਾਂ ਜਾਂ ਕਿਹੜੇ ਆਪਣੇ ਗਵਰਨਰ ਜਨਰਲ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਕਰਜ਼ਨ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈਗਾ, ਹੂ ਅਮੰਗ ਆਫ ਦਾ ਫੋਲੋਇੰਗ ਕੰਟੀਨਿਊਸਲੀ ਫਰੋਮ ਦਾ 1905 ਟੂ ਔਨਵਰਡ ਐਮਫਸਿਸ ਔਨ ਦਾ ਗ੍ਰਾਂਟ ਆਫ ਸੈਲਫ ਰੂਲ ਟੂ ਇੰਡੀਆ। ਸੋ ਦਾਦਾ ਭਾਈ ਨਰੋਜੀ ਸੀਗੇ ਜਿਨ੍ਹਾਂ ਨੇ ਆਪਣਾ ਸੈਕਿੰਡ ਸੈਸ਼ਨ ਆਫ ਕਾਂਗਰਸ ਵੀ ਸਟਾਰਟ ਕੀਤਾ ਸੀ। ਉਹਨਾਂ ਨੇ ਆਪਣਾ ਈਸਟ ਇੰਡੀਆ ਐਸੋਸੀਏਸ਼ਨ ਬਣਾਈ ਸੀ। ਰਸਤ ਗਫਤਾਰ ਉਹਨਾਂ ਨੇ ਸਟਾਰਟ ਕੀਤਾ ਸੀ ਇੱਕ ਨਿਊਜ਼ਪੇਪਰ। ਸੋ ਉਹਨਾਂ ਨੇ ਇੱਕ ਇਕੋਨਮਿਕ ਐਂਡ ਦਾ ਬ੍ਰਿਟਿਸ਼ ਰੂਲ ਇੰਡੀਆ ਇੱਕ ਬੁੱਕ ਵੀ ਲਿਖੀ ਹੈ। ਸੋ ਇਹ ਸਾਰੀ ਚੀਜ਼ਾਂ ਤੁਹਾਨੂੰ ਇਹ ਪਤਾ ਹੋਣੀਆਂ ਚਾਹੀਦੀਆਂ। ਇਹ ਮੈਂ ਜਿਹੜੇ ਪ੍ਰੀਵੀਅਸ ਲੈਕਚਰਸ ਹੈਗੇ ਆ ਉਹਦੇ ਵਿੱਚ ਬਹੁਤ ਹੀ ਮਨਿਊਟ ਡਿਟੇਲ ਵੇ ਦੇ ਵਿੱਚ ਚੀਜ਼ਾਂ ਸਮਝਾਈਆਂ ਦਾਦਾ ਭਾਈ ਨਰੋਜੀ ਬਾਰੇ। ਸੋ 1904 ਤੋਂ ਲੈ ਕੇ ਆਪਣੇ ਬਾਅਦ ਦੇ ਵਿੱਚ ਐਮਫਸਿਸ ਕਰਦੇ ਰਹੇ ਸੀ ਵੀ ਇੰਡੀਆ ਨੂੰ ਸੈਲਫ ਰੂਲ ਮਿਲਣਾ ਚਾਹੀਦਾ, ਇੰਡੀਆ ਨੂੰ ਰੂਲ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ, ਅਸੀਂ ਆਪ ਆਪਣੇ ਉੱਤੇ ਰੂਲ ਕਰ ਸਕਦੇ ਹਾਂ, ਤੁਸੀਂ ਸਾਡੇ ਉੱਤੇ ਰੂਲ ਕਰਨ ਵਾਲੇ ਕੋਈ ਨਹੀਂ ਹੁੰਦੇ, ਠੀਕ ਹੈ ਜੀ। ਸੋ ਦਾਦਾ ਭਾਈ ਨਰੋਜੀ ਨੇ ਹੀ ਆਪਣੀ ਜਿਹੜੀ ਇਕੋਨਮਿਕ ਕ੍ਰਿਟਿਸਿਜ਼ਮ ਦੀ ਜਿਹੜੀ ਪੋਲਿਸੀ ਆ ਉਹਨੂੰ ਐਕਸਪਲੋਜ਼ਰ ਮਿਲਿਆ ਸੀ ਜਾਂ ਕਹਿ ਸਕਦੇ ਉਹਨੂੰ ਦਿੱਤੀ ਸੀ ਕਿ ਪ੍ਰਪਾਊਂਡ ਕੀਤਾ ਸੀਗਾ ਦਾਦਾ ਭਾਈ ਨਰੋਜੀ ਨੇ। ਆਰ.ਸੀ. ਦੱਤ, ਦਾਦਾ ਭਾਈ ਨਰੋਜੀ ਅਤੇ ਆਪਣੇ ਰਨਾਡੇ ਨੇ ਇਹ ਜਿਹੜੀ ਪੋਲਿਸੀ ਹੈਗੀ ਹੈ ਜਿਹੜੀ ਕਿਸ ਢੰਗ ਦੇ ਨਾਲ ਬ੍ਰਿਟੇਨ ਇੰਡੀਆ ਨੂੰ ਲੁੱਟ ਰਿਹਾ ਸੀਗਾ, ਇਕੋਨਮਿਕ ਕ੍ਰਿਟੀਕ ਪੈਦਾ ਕੀਤੀ, ਤਾਂ ਉਹਨਾਂ ਆਪਣਾ ਆਨਸਰ ਆ ਜਾਊਗਾ ਦਾਦਾ ਭਾਈ ਨਰੋਜੀ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਸੋ ਆਪਾਂ ਨੈਕਸਟ ਕੁਐਸਚਨ ਕੱਢਦੇ ਹਾਂ। ਸੋ ਨੈਕਸਟ ਹੈਗਾ, ਹੂ ਅਕਿਊਜ਼ਡ ਇੰਡੀਅਨ ਨੈਸ਼ਨਲ ਕਾਂਗਰਸ ਫॉर ਪਲੇਇੰਗ ਪੋਲੀਟਿਕਸ ਆਫ ਪ੍ਰੇਅਰ, ਪੈਟੀਸ਼ਨ ਐਂਡ ਦਾ ਪ੍ਰੋਟੈਸਟ। ਸੋ ਕਿਹਨੇ ਅਕਿਊਜ਼ ਕੀਤਾ ਸੀਗਾ ਬਈ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਆ ਉਹ ਪ੍ਰੇਅਰ ਅਤੇ ਪੋਲੀਟਿਕਸ ਹੀ ਖੇਡ ਰਹੀ ਹੈ, ਪ੍ਰੇਅਰ ਕਰ ਰਹੀ ਹੈ, ਪਟੀਸ਼ਨ ਲਾ ਰਹੀ ਹੈ, ਪ੍ਰੋਟੈਸਟ ਕਰ ਰਹੀ ਹੈ, ਪਰ ਕੋਈ ਇਹਨਾਂ ਦੇ ਰਿਜ਼ਲਟ ਨਹੀਂ, ਕੰਕਰੀਟ ਰਿਜ਼ਲਟ ਨਹੀਂ ਉੱਭਰ ਕੇ ਸਾਹਮਣੇ ਆ ਰਹੇ। ਸੇ ਬਾਲ ਗੰਗਾਧਰ ਤਿਲਕ ਨੇ ਕਿਹਾ ਸੀਗਾ ਵੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਹੈ ਪਟੀਸ਼ਨ ਹੀ ਲਾ ਰਹੀ ਹੈ, ਕੋਈ ਇਹਨਾਂ ਦੇ ਆਊਟਕਮਸ ਨਹੀਂ ਆ ਰਹੇ, ਇਹਨਾਂ ਦੇ ਫਾਇਦੇ ਨਹੀਂ ਹੋ ਰਹੇ। ਸੋ ਇਹ ਕਿਹਦੀ ਲੈਂਗੁਏਜ ਸੀਗੀ? ਤਾਂ ਆਪਣਾ ਆਨਸਰ ਆ ਜਾਊਗਾ ਬਾਲ ਗੰਗਾਧਰ ਤਿਲਕ ਦੀ, ਠੀਕ ਹੈ ਜੀ। ਹੂ ਅਮੰਗ ਦਾ ਫੋਲੋਇੰਗ ਇਜ਼ ਨੋਨ ਐਜ਼ ਦਾ ਫਾਦਰ ਆਫ ਇੰਡੀਅਨ ਅਨਰੈਸਟ। ਸੋ ਕਿਹਨੂੰ ਫਾਦਰ ਆਫ ਇੰਡੀਅਨ ਅਨਰੈਸਟ ਕਿਹਾ ਜਾਂਦਾ ਹੈ? ਤਾਂ ਆਪਣਾ ਆਨਸਰ ਆ ਜਾਊਗਾ ਲੋਕਮਾਨਿਆ ਤਿਲਕ ਜਾਂ ਕਹਿ ਸਕਦੇ ਬਾਲ ਗੰਗਾਧਰ ਤਿਲਕ। ਸੋ ਇਹ ਸਾਰੀਆਂ ਚੀਜ਼ਾਂ ਜੋ ਵੀ ਬਾਲ ਗੰਗਾਧਰ ਤਿਲਕ ਦੇ ਰਿਲੇਟਿਡ ਚੀਜ਼ਾਂ ਹੈਗੀਆਂ ਤੁਸੀਂ ਸਾਰੀਆਂ ਦੀ ਸਾਰੀਆਂ ਪੜ੍ਹਨੀਆਂ, ਠੀਕ ਹੈ ਜੀ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗੀਆਂ। ਹੋਰ ਕੀ ਗੱਲ ਦੱਸੀ ਹੈ ਤੁਹਾਨੂੰ ਲੋਕਮਾਨਿਆ ਜਿਹੜਾ ਸਵਰਾਜ ਵਾਲਾ ਜਿਹੜਾ ਇਹਨਾਂ ਨੇ ਸਲੋਗਨ ਵੀ ਦਿੱਤਾ ਸੀਗਾ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਸੋ ਇਹ ਵੀ ਬਾਲ ਗੰਗਾਧਰ ਤਿਲਕ ਨੇ ਦਿੱਤਾ ਸੀਗਾ, ਠੀਕ ਹੈ ਜੀ। ਸੋ ਬਾਲ ਗੰਗਾਧਰ ਤਿਲਕ ਇੱਕ ਐਕਸਟ੍ਰੀਮਿਸਟ ਲੀਡਰ ਸੀ ਜੋ ਨਹੀਂ ਪਸੰਦ ਕਰਦੇ ਸੀਗੇ ਪ੍ਰੇਅਰ ਅਤੇ ਪਟੀਸ਼ਨ ਵਾਲੀ ਜਿਹੜੀ ਪੋਲਿਸੀਜ਼ ਕਾਂਗਰਸ ਫੋਲੋ ਕਰ ਰਹੀ ਸੀਗੀ ਡਿਊਰਿੰਗ ਦੀ ਟਾਈਮ ਆਫ ਸਵਦੇਸ਼ੀ। ਸੋ ਇਹ ਇੱਕ ਗਰਮ ਦਲ ਦੇ ਨੇਤਾ ਹੈਗੇ ਆ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਇੰਸਟਾਗ੍ਰਾਮ 'ਤੇ, ਅਤੇ ਜੋ ਵੀ ਹੋਰ ਆਪਣੀਆਂ ਕਿਊਰੀਜ਼ ਹੈਗੀਆਂ ਤੁਸੀਂ ਪੁੱਛ ਸਕਦੇ ਹੋ। ਸੋ ਥੈਂਕ ਯੂ ਸੋ ਮਚ।